ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਲੂਸੈਂਟ ਜੀਕੇ ਦਾ ਪਾਰਟ 3 ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਲੂਸੈਂਟ ਜੀਕੇ ਦੇ ਇੰਪੋਰਟੈਂਟ ਕੁਐਸਚਨ ਡਿਸਕਸ ਕਰਾਂਗੇ, ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਲੂਸੈਂਟ ਜੀਕੇ ਦੇ 2 ਸੈਸ਼ਨ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ MCQ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਮੀਡੀਵਲ ਹਿਸਟਰੀ, ਮਾਡਰਨ ਹਿਸਟਰੀ, ਜੋਗਰਾਫੀ, ਪੰਜਾਬ GK ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਲੂਸੈਂਟ ਜੀਕੇ ਦੇ ਬਹੁਤ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ ਉਹ ਹੈ ਆਰੀਆ ਸਮਾਜ ਦੇ ਸੰਸਥਾਪਕ ਕੌਣ ਹਨ? ਹੂ ਇਜ਼ ਦੀ ਫਾਊਂਡਰ ਆਫ ਆਰੀਆ ਸਮਾਜ? ਰਾਜਾ ਰਾਮ ਮੋਹਨ ਰਾਏ, ਸਵਾਮੀ ਦਇਆਨੰਦ ਸਰਸਵਤੀ, ਸਵਾਮੀ ਵਿਵੇਕਾਨੰਦ ਜਾਂ ਰਵਿੰਦਰਨਾਥ ਟੈਗੋਰ? ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਬਹੁਤ ਪੁੱਛੇ ਜਾਂਦੇ ਨੇ, ਵਾਰ-ਵਾਰ ਪੁੱਛੇ ਜਾਂਦੇ ਨੇ। ਤਾਂ ਇਹ ਕੁਐਸਚਨ ਤੁਸੀਂ ਸਾਰੇ ਅਟੈਂਪਟ ਕਰਨੇ ਆ। ਜਿਹੜੇ ਆਪਣੇ 2 ਸੈਸ਼ਨ ਆਲਰੇਡੀ ਅਪਲੋਡ ਹੋਏ ਨੇ ਉਹ ਵੀ ਤੁਸੀਂ ਜ਼ਰੂਰ ਲਗਾਇਓ, ਕਿਉਂਕਿ ਆਪਾਂ ਇੱਕ ਵੀ ਕੁਐਸਚਨ ਤੁਹਾਡੇ ਲਈ ਫਾਲਤੂ ਨਹੀਂ ਲੈ ਕੇ ਆਉਂਦੇ। ਸਾਰੇ ਕੁਐਸਚਨ ਆਪਾਂ ਬਹੁਤ ਇੰਪੋਰਟੈਂਟ ਲੈ ਕੇ ਆਉਣੇ ਆ, ਜਿਹੜੇ ਹਰ ਵਾਰ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ। ਅਤੇ ਇਹ ਜਿਹੜੀ ਆਪਣੀ ਸੀਰੀਜ਼ ਹੈ, ਇਹਦੇ ਵਿੱਚ ਤੁਹਾਨੂੰ ਆਪਾਂ ਮਿਕਸ ਜਿਹੜੇ ਕੁਐਸਚਨ ਹੈ ਉਹ ਰੱਖਦੇ ਹਾਂ। ਇਹਦੇ ਵਿੱਚ ਆਪਾਂ ਪੋਲਿਟੀ, ਹਿਸਟਰੀ, ਜੋਗਰਾਫੀ, ਸਾਇੰਸ, ਬਾਇਓਲੋਜੀ, ਐਗਰੀਕਲਚਰ, ਜਿੱਥੋਂ ਵੀ ਤੁਹਾਨੂੰ ਕੁਐਸਚਨ ਪੁੱਛਿਆ ਜਾਂਦਾ ਉਹ ਹਰ ਇੱਕ ਟੌਪਿਕ ਆਪਾਂ ਇਹਦੇ ਵਿੱਚ ਕਲੀਅਰ ਕਰਾਂਗੇ। ਪੂਰੀ ਦੀ ਪੂਰੀ ਲੂਸੈਂਟ ਜੀਕੇ ਆਪਾਂ ਕਲੀਅਰ ਕਰਾਂਗੇ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਹੈ ਆਰੀਆ ਸਮਾਜ ਦੇ ਸੰਸਥਾਪਕ, ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਉਣਾ ਹੈ, ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਉਣਾ ਇਹਦਾ, ਸਵਾਮੀ ਦਇਆਨੰਦ ਸਰਸਵਤੀ, ਠੀਕ ਹੈ ਜੀ। ਸਵਾਮੀ ਦਇਆਨੰਦ ਸਰਸਵਤੀ ਇਹਦੇ ਫਾਊਂਡਰ ਨੇ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ ਹੈ ਆਰੀਆ ਸਮਾਜ ਦੀ, ਠੀਕ ਹੈ ਜੀ। ਇਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਤਾਂ ਆਨਸਰ ਨੰਬਰ 2 ਆਊਗਾ ਇਹਦਾ, ਸਵਾਮੀ ਦਇਆਨੰਦ ਸਰਸਵਤੀ। ਤਾਂ ਇਹਨਾਂ ਦਾ ਓਰੀਜਨਲ ਨੇਮ ਵੀ ਪੁੱਛਿਆ ਜਾਂਦਾ ਹੁੰਦਾ। ਇਹਨਾਂ ਦਾ ਓਰੀਜਨਲ ਨੇਮ ਹੈ ਮੂਲ ਸ਼ੰਕਰ ਜਾਂ ਮੂਲਾ ਸ਼ੰਕਰ ਇਹਨਾਂ ਨੂੰ ਕਿਹਾ ਜਾਂਦਾ ਹੈ, ਠੀਕ ਹੈ ਜੀ। ਅਤੇ ਇੱਕ ਇਹਨਾਂ ਨੇ ਟਰਮ ਯੂਜ਼ ਕੀਤੀ ਸੀ ਗੋ ਬੈਕ ਟੂ ਬੇਦਾਸ। ਗੋ ਬੈਕ ਟੂ ਬੇਦਾਸ ਇਹ ਪੁੱਛਿਆ ਜਾਂਦਾ ਕਿ ਇਹ ਟਰਮ ਕਿਹਨਾਂ ਨੇ ਯੂਜ਼ ਕੀਤੀ ਸੀ? ਤਾਂ ਇਹ ਕੀਤੀ ਸੀ ਸਵਾਮੀ ਦਇਆਨੰਦ ਸਰਸਵਤੀ ਜੀ ਨੇ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਵਿੱਚ ਪਹਿਲੀ ਰੇਲ ਕਦੋਂ ਸ਼ੁਰੂ ਹੋਈ? ਵੈਨ ਵਾਜ਼ ਦੀ ਫਸਟ ਟ੍ਰੇਨ ਸਟਾਰਟਸ ਇਨ ਇੰਡੀਆ? 1857, 1856, 1853 ਜਾਂ 1868, ਠੀਕ ਹੈ ਜੀ। ਜਿਹੜੇ ਬੱਚਿਆਂ ਦੀ ਤਿਆਰੀ ਹੈ ਬੇਸ਼ੱਕ ਉਹਨਾਂ ਨੂੰ ਕੁਐਸਚਨ ਇਹ ਈਜ਼ੀ ਲੱਗਦੇ ਹੋਣਗੇ, ਬਟ ਈਜ਼ੀ ਨਹੀਂ, ਇਹ ਕੁਐਸਚਨ ਬਹੁਤ ਵਾਰ ਪੁੱਛੇ ਜਾਂਦੇ ਨੇ। ਜਿਨ੍ਹਾਂ ਨੇ ਤਾਂ ਇਹ ਪੜ੍ਹੇ ਨੇ ਉਹਨਾਂ ਲਈ ਬਿਲਕੁਲ ਇਹ ਈਜ਼ੀ ਨੇ, ਬਟ ਜਿਨ੍ਹਾਂ ਨੇ ਨਹੀਂ ਪੜ੍ਹੇ ਉਹਨਾਂ ਲਈ ਇਹ ਬਿਲਕੁਲ ਨਿਊ ਕੁਐਸਚਨ ਨੇ। ਬਟ ਇਹ ਪੁੱਛੇ ਬਹੁਤ ਵਾਰ ਗਏ ਨੇ, ਹਰ ਇੱਕ ਪੇਪਰ ਦੇ ਵਿੱਚ SSC ਤੋਂ ਲੈ ਕੇ ਜਿੰਨੇ ਵੀ ਪੇਪਰ ਹੁੰਦੇ ਨੇ ਸਾਰਿਆਂ 'ਚ ਇਹ ਪੁੱਛੇ ਜਾਂਦੇ ਨੇ। ਕਿਉਂਕਿ ਜੇਕਰ ਤੁਹਾਡੀ ਲੂਸੈਂਟ ਜੀਕੇ ਕਵਰ ਹੈ ਤਾਂ ਜੀਕੇ ਦੇ ਵਿੱਚੋਂ ਤੁਸੀਂ ਮਾਰ ਨਹੀਂ ਖਾਂਦੇ, ਠੀਕ ਹੈ ਜੀ। ਤਾਂ ਭਾਰਤ ਵਿੱਚ ਜਿਹੜੀ ਪਹਿਲੀ ਰੇਲ ਸ਼ੁਰੂ ਹੋਈ ਸੀ ਉਹ ਹੋਈ ਸੀ 1853 ਈਸਵੀ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰ ਪੁੱਛਿਆ ਗਿਆ, ਠੀਕ ਹੈ ਜੀ। ਤਾਂ 1853 ਦੇ ਵਿੱਚ ਉਹ ਸਟਾਰਟ ਹੋਈ ਸੀ। ਤਾਂ ਆਨਸਰ ਨੰਬਰ 3 ਆਊਗਾ ਇਹਦਾ। ਕਈ ਵਾਰੀ ਤੁਹਾਨੂੰ ਐਗਜ਼ੈਕਟ ਡੇਟ ਪੁੱਛ ਲੈਂਦੇ ਨੇ, ਤਾਂ 16 ਅਪ੍ਰੈਲ 1853 ਨੂੰ ਸਟਾਰਟ ਹੋਈ ਸੀ। ਕਿੱਥੋਂ ਲੈ ਕੇ ਕਿੱਥੋਂ ਤੱਕ? ਬੰਬੇ ਟੂ ਥਾਣੇ, ਠੀਕ ਹੈ ਜੀ, ਬਾਏ ਲਾਰਡ ਡਲਹੌਜ਼ੀ। ਇਹ ਵੀ ਪੁੱਛਿਆ ਜਾਂਦਾ ਕਿ ਕਿਹਨੇ ਚਲਾਈ ਸੀ? ਤਾਂ ਇਹ ਲਾਰਡ ਡਲਹੌਜ਼ੀ ਨੇ ਸਟਾਰਟ ਕੀਤੀ ਸੀ 1853, 16 ਅਪ੍ਰੈਲ 1853 ਈਸਵੀ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਸਤੀ ਪ੍ਰਥਾ ਦਾ ਖਾਤਮਾ ਕਦੋਂ ਕੀਤਾ ਗਿਆ? ਵੈਨ ਵਾਜ਼ ਸਤੀ ਸਿਸਟਮ ਅਬੋਲਿਸ਼ਡ? 1825, 1829, 1857 ਜਾਂ 1858? ਇਹ ਕੁਐਸਚਨ ਵੀ ਹਰ ਵਾਰ ਪੁੱਛਿਆ ਜਾਂਦਾ ਮੋਸਟਲੀ। ਸਤੀ ਪ੍ਰਥਾ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਇਹ ਬਹੁਤ ਇੱਕ ਗਲਤ ਪ੍ਰਥਾ ਸੀ, ਜਿਹਦੇ ਵਿੱਚ ਜਦੋਂ ਇੱਕ ਔਰਤ ਦਾ ਪਤੀ ਮਰ ਜਾਂਦਾ ਸੀ, ਉਹਦੀ ਡੈਥ ਹੋ ਜਾਂਦੀ ਸੀ, ਤਾਂ ਔਰਤ ਨੂੰ ਉਹਦੇ ਨਾਲ ਜਿੰਦਾ ਜਲਾ ਦਿੱਤਾ ਜਾਂਦਾ ਸੀ, ਠੀਕ ਹੈ ਜੀ। ਤਾਂ ਇਹ ਪ੍ਰਥਾ ਮਤਲਬ ਜਦੋਂ ਆਪਣੇ ਅੰਗਰੇਜ਼ ਆਏ ਉਦੋਂ ਤੱਕ ਵੀ ਇਹ ਪ੍ਰਥਾ ਹੈਗੀ ਸੀ, ਬਟ ਇਹ ਖਤਮ ਕੀਤੀ, ਠੀਕ ਹੈ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਤਾਂ ਇਹਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ 2, 1829 ਈਸਵੀ ਦੇ ਵਿੱਚ ਇਹ ਖਤਮ ਕੀਤੀ ਗਈ, ਠੀਕ ਹੈ ਜੀ। ਸਤੀ ਪ੍ਰਥਾ ਦਾ ਖਾਤਮਾ ਕਦੋਂ ਹੋਇਆ? 1829 ਈਸਵੀ ਦੇ ਵਿੱਚ। ਤਾਂ ਨੀਚੇ ਮੈਂ ਇਹਦੇ ਬਾਰੇ ਜਿੰਨੇ ਵੀ ਇੰਪੋਰਟੈਂਟ ਇਨਫੋਰਮੇਸ਼ਨ ਆ ਉਹ ਵੀ ਮੈਂ ਡਿਸਕਸ ਕੀਤੀ ਹੈ। ਤਾਂ ਕਈ ਵਾਰੀ ਐਗਜ਼ੈਕਟ ਡੇਟ ਪੁੱਛ ਲੈਂਦੇ, ਤਾਂ 4 ਦਸੰਬਰ 1829 ਈਸਵੀ
ठीक है जी, आंसर नंबर 2 आऊगा इहदा। बाय लॉर्ड विलियम बेंटिक, अंग्रेज बंदा सी जिहड़ा वो तां सीगा लॉर्ड विलियम बेंटिक, ते एक अपना इंडियन बंदा सी राजा राम मोहन रॉय। ठीक है जी, राजा राम मोहन रॉय ने इहदा साथ दिता सी लॉर्ड विलियम बेंटिक दा, क्योंकि ये एक वधिया कदम सी। ठीक है जी, इहो जी प्रथा दा जिहड़ा खत्म होया, इहदा खात्मा होया लॉर्ड विलियम बेंटिक ने कीता, बट राजा राम मोहन रॉय ने इन्हां दा साथ दिता सी। ठीक है जी, तो 4 दसंबर 1829 ईस्वी, आंसर नंबर 2 आऊगा। ठीक है जी, ये तुसीं याद रखना। अगला अपना जो क्वेश्चन है, वल्लभ भाई पटेल जी को सरदार की उपाधि किसने दी? हू गेव द टाइटल ऑफ सरदार टू वल्लभ भाई पटेल? ठीक है जी, ये क्वेश्चन भी बहुत बार पूछा गया। इहो ਜਿਹੇ ਜਿਹੜੇ ਇਹ बहुत जानी कि आप मॉडरेट लैवल के क्वेश्चन कह सकते हैं। ठीक है जी, ये सिंपल क्वेश्चन नहीं है, ये मॉडरेट लैवल के क्वेश्चन ने, तो ये पूछे जाते हैं मॉडर्न हिस्टरी दे विचों, ये क्वेश्चन अक्सर ही पूछे जाते हैं। बी आर अंबेडकर, विलेज लेडीज़, वीर सावरकर या लाला लाजपत राय? इहो ਜਿਹੇ क्वेश्चन तुहानूं पूछे जाणगे, ये तुसीं चंगी तरह कवर करके जाने हैं। ठीक है जी, तो इहदा जिहड़ा आंसर है, आंसर नंबर 2 आऊगा। ठीक है जी, विलेज लेडीज़ पिंड दीआं औरतां ने, गाँव की औरतें। ठीक है जी, हिंदी दे विच लिखिया हुंदा गाँव की औरतें, ते पंजाबी दे विच हुंदा पिंड दीआं औरतां ने। ठीक है जी, इन्हां ने एक अंदोलन चलाया सीगा, बारदोली सत्याग्रह कीता सी इन्हां ने, उत्थों दी पिंड दीआं औरतां ने इन्हां नूं टाइटल दिता सी सरदार दा। ये तुसीं याद रखना है, तो आंसर नंबर 2 आऊगा। कदों दिता सी? 1928 दे विच बारदौली सत्याग्रह जिहड़ा इन्हां द्वारा लीड किया गया सी। ते कई वारी ना इत्थे पिंड दीआं औरतां ना होके ऑप्शन दे विच तुहानूं महात्मा गांधी पा देणगे। ठीक है जी, तो महात्मा गांधी भी सही है। ठीक है जी, वो भी कई बारी पुछ लिया जाता है, तो कई बारी विलेज लेडीज़ नहीं हुंदा, महात्मा गांधी तुहानूं पा देणगे, तो महात्मा गांधी ते टिक लगा के आयो, वो भी सही है। ठीक है जी, तो आंसर नंबर 2 आऊगा इहदा। अगला अपना जिहड़ा क्वेश्चन है, राजा राम मोहन राय नूं राजा की उपाधि किसने दी? हू गेव द टाइटल ऑफ राजा टू राम मोहन रॉय? क्योंकि इन्हां नूं पहलां इन्हां दा जिहड़ा रियल नेम है तो राम मोहन रॉय ही है, राजा की इन्हां नूं उपाधि मिली है राजा की। ठीक है, तो अकबर सैकेंड, वीर सावरकर, बी आर अंबेडकर या जवाहर लाल नेहरू? राजा राम मोहन राय उही ने जिन्होंने ब्रह्मो समाज की स्थापना की 1828 ईस्वी के। ठीक है जी, तो ये अपने सिर्फ आप 15 क्वेश्चन नहीं कवर करते, 15 क्वेश्चन के नाल जिन्ने भी रिलेटेड फैक्ट होंगे ने आप सारे तुहाडे कवर करवावांगे। ठीक है जी, तो घट्टो घट्ट आप 25 तो 30 क्वेश्चन ये आप डिस्कस करते हैं। तो राम मोहन राय नूं राजा की उपाधि दी सी अकबर सैकेंड ने। अकबर सैकेंड कौन सी? एक मुगल एंपरर सीगा। ठीक है जी, तो मुगलों का जो मतलब खात्मा हो गया सी 1707 ईस्वी के विच औरंगजेब तो बाद, तो ये अकबर सैकेंड मतलब उस बाद टैंपरेरी इन्हों के राजा आए सीगे, तो इन्हें मतलब अकबर सैकेंड ने राजा राम मोहन राय नूं राजा की उपाधि दी सी। ठीक है जी, तो अकबर सैकेंड इसका आंसर आऊगा, आंसर नंबर 1। ये किने दिता सी? मुगल एंपरर ने। अगला जो अपना क्वेश्चन है, अनुच्छेद 19 विच किन्ने मौलिक अधिकार दर्ज हैं? हाउ मैनी फंडामेंटल राइट्स आर देयर इन आर्टिकल 19? ये बहुत इंपॉर्टेंट आर्टिकल है। ठीक है जी, वार वार पूछा जाता है, तो जेकर तुसीं डिटेल च पढ़िया तां ही तुहानूं इहदे बारे पता होवेगा। ठीक है जी, वैसे स्टूडेंट्स नूं इहदे बारे नहीं पता, क्योंकि आपां इहनूं डिटेल च नहीं पढ़ते। तो ये मैं फंडामेंटल राइट्स भी कवर करवाए हुए हैं। ठीक है जी, वो भी तुसीं कर लिओ। अपने चैनल के उत्ते ऑलरेडी आपां एक प्लेलिस्ट पाई हुई है पॉलिटी की, ਉਹਦੇ ਵਿੱਚ ਆਪਾਂ ਸਾਰਾ कवर करवाया हुआ। ठीक है जी, तो 19 आर्टिकल है, तो राइट टू फ्रीडम जिन्होंने आप कहने 19 तो 22 तक जोड़े आर्टिकल ने राइट टू फ्रीडम के ने, तो 14 तो 18 तक ने कि राइट टू इक्वैलिटी के। ठीक है जी, तो यदा जो आंसर है, आंसर नंबर 3 आऊगा। 6 फंडामेंटल राइट ने। ठीक है जी, अपने जोड़े टोटल फंडामेंटल राइट किन्ने ने? वो भी 6 ही ने। ये भी बस तुसीं इत्थों याद कर सकते हो कि फंडामेंटल राइट की जी गिनती है वो कितनी है? 6 है। तो 19 के भी 6 राइट ने, ये तुसीं बस इत्थों याद कर लो, एक निमोनिक बना लो या एक ट्रिक बना लो। ठीक है जी, तो ये भी अपने 6 राइट ने 19 के। 19 एक बहुत बड़ा आर्टिकल है, ये 6 राइट दिते हुए हैं। ठीक है जी, फ्रीडम के। तो यदा जो आंसर है, आंसर नंबर 3 होगा, राइट टू फ्रीडम। अगला अपना जो क्वेश्चन है, किहड़ा अनुच्छेद दल बदलू कानून नाल संबंधित है? विच आर्टिकल इज़ रिलेटेड टू यूनीफॉर्म सिविल कोड? बस इनू एज इट इज़ ही याद कर लो, यूनीफॉर्म सिविल कोड। ये याद रखियो कि यूनीफॉर्म सिविल कोड के नाल किहड़ा संबंधित है। ठीक है जी, ये बहुत बार पूछा गया, हर बार ये पूछा जाता है। ठीक है जी, तुसीं याद रखो, तो आर्टिकल 44 है। ठीक है जी, आर्टिकल 44 जिन्होंने आप कहने, तो ये यूनीफॉर्म सिविल कोड के नाल संबंधित है। आर्टिकल 32 तुहानूं पता है कि कॉन्स्टिट्यूशनल रैमेडीज़। ठीक है, ये मतलब जे आपां सुप्रीम कोर्ट के रिट जारी करनी है, जेकर अपने फंडामेंटल राइट वायलेट हो रहे हैं, तो सुप्रीम कोर्ट आपां किहड़े आर्टिकल के अंडर जा सकते हैं? तो वो आप जा सकते हैं आर्टिकल 32 के अंडर। ठीक है, ये तुसीं याद रखियो। तो आर्टिकल 32 आपां इहदे बारे भी आपां नूं ऑलरेडी पता है कि कॉन्स्टिट्यूशनल रैमेडीज़,
ਆਰਟੀਕਲ 17 ਜਿਹੜਾ ਉਹ ਇਹ ਆਪਣਾ ਅਨਟੱਚੇਬਿਲਿਟੀ ਦੇ ਨਾਲ ਸੰਬੰਧਿਤ, ਛੂਆ-ਛੂਤ ਦੇ ਵਿਰੁੱਧ ਅਧਿਕਾਰ, ਠੀਕ ਹੈ ਜੀ। ਆਰਟੀਕਲ 17 ਇਹ ਵੀ ਬਹੁਤ ਵਾਰ ਪੁੱਛਿਆ ਜਾਂਦਾ। ਤੇ ਜਿਹੜਾ ਆਪਣਾ ਆਰਟੀਕਲ 25 ਹੈ ਇਹ ਆਪਣਾ ਫਰੀडम ਆਫ ਰਿਲੀਜਨ ਦੇ ਨਾਲ ਸੰਬੰਧਿਤ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਤੇ ਜਿਹੜਾ ਦਲ ਬਦਲੂ ਨਾਲ ਸੰਬੰਧਿਤ ਹੈ ਉਹ ਆਪਣਾ ਆਰਟੀਕਲ 44, ਆਨਸਰ ਨੰਬਰ 4 ਆਊਗਾ ਇਹਦਾ, ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਤਾਂ ਇਹ DPSP ਦਾ ਆਰਟੀਕਲ ਹੈ, ਇਹ ਵੀ ਤੁਸੀਂ ਯਾਦ ਰੱਖਿਓ, DPSP ਦੇ ਵਿੱਚ ਆਉਂਦਾ, ਠੀਕ ਹੈ ਜੀ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਕਿਹੜਾ ਅਨੁਛੇਦ ਮਨੁੱਖਾਂ ਦੀ ਖਰੀਦੋ ਫਰੋਖਤ ਦੀ ਮਨਾਹੀ ਨਾਲ ਸੰਬੰਧਿਤ ਹੈ? ਵਿਚ ਆਰਟੀਕਲ ਇਜ਼ ਰਿਲੇਟਡ ਟੂ ਬੈਂਡ ਹਿਊਮਨ ਟ੍ਰੈਫਿਕਿੰਗ। ਜਿਵੇਂ ਕਿ ਪਹਿਲਾਂ ਆਪਣੇ ਗੁਲਾਮ ਪ੍ਰਥਾ ਚੱਲਦੀ ਹੁੰਦੀ ਸੀ, ਮਤਲਬ ਗੁਲਾਮਾਂ ਦੇ ਵਾਂਗੂ ਬੰਦਿਆਂ ਨੂੰ ਖਰੀਦਿਆ ਜਾਂਦਾ ਸੀ, ਉਹਨਾਂ ਦੀ ਕੀਮਤ ਲੱਗਦੀ ਸੀ। ਬਟ ਇਹ ਚੀਜ਼ ਹੁਣ ਪਰਮਾਨੈਂਟਲੀ ਬੈਂਡ ਕਰ ਦਿੱਤੀ ਗਈ। ਆਪਾਂ ਬੈਨ ਇਹ ਚੀਜ਼ ਆਪਣੇ ਇੰਡੀਆ ਦੇ ਵਿੱਚ ਆਪਾਂ ਇਹ ਕਰ ਨਹੀਂ ਸਕਦੇ, ਹਿਊਮਨ ਟ੍ਰੈਫਿਕਿੰਗ ਨਹੀਂ ਆਪਾਂ ਕਰ ਸਕਦੇ, ਠੀਕ ਹੈ ਜੀ। ਤਾਂ ਇਹ ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਹੋਇਆ? ਤਾਂ ਜਿਹੜੇ ਸਟੂਡੈਂਟ ਆ ਉਹ ਇਹ ਦੋ ਆਰਟੀਕਲ ਦੇ ਵਿੱਚ ਕਨਫਿਊਜ਼ ਹੁੰਦੇ ਨੇ, ਕਿਉਂਕਿ ਜਿਹੜੇ ਇਹ ਦੋ ਆਰਟੀਕਲ ਨੇ ਇਹ ਦੋਨੋਂ ਆਰਟੀਕਲ ਹੀ ਇਹ ਚੀਜ਼ ਦੇ ਨਾਲ ਰਿਲੇਟਡ ਨੇ, ਇੱਕ ਆਰਟੀਕਲ 23 ਤੇ ਇੱਕ 24, ਠੀਕ ਹੈ ਜੀ। ਤਾਂ ਬਟ ਹਿਊਮਨ ਟ੍ਰੈਫਿਕਿੰਗ ਨਾਲ ਸੰਬੰਧਿਤ ਜਿਹੜਾ ਉਹ ਹੈ ਆਰਟੀਕਲ ਨੰਬਰ 23। ਆਰਟੀਕਲ 23 ਦੇ ਵਿੱਚ ਹਿਊਮਨ ਟ੍ਰੈਫਿਕਿੰਗ ਬਾਰੇ ਲਿਖਿਆ ਹੋਇਆ, ਠੀਕ ਹੈ, ਇਹ ਤੁਸੀਂ ਯਾਦ ਰੱਖਿਓ। ਆਰਟੀਕਲ 24 ਹੈ ਜਿਹੜਾ ਇਹ ਆਪਣਾ ਫੋਰਸਡ ਲੇਬਰ ਦੇ ਨਾਲ, ਠੀਕ ਹੈ ਜੀ, ਕਿ ਆਪਾਂ 14 ਸਾਲ ਤੋਂ ਘੱਟ ਬੱਚਿਆਂ ਨੂੰ ਆਪਾਂ ਧੱਕੇ ਨਾਲ ਆਪਾਂ ਮਜ਼ਦੂਰੀ ਨਹੀਂ ਉਹਨਾਂ ਤੋਂ ਕਰਵਾ ਸਕਦੇ, ਇਹ ਆਰਟੀਕਲ 24 'ਚ ਲਿਖਿਆ। ਆਰਟੀਕਲ ਜਿਹੜਾ 21 ਹੈ ਰਾਈਟ ਟੂ ਲਾਈਫ, ਆਰਟੀਕਲ 18 ਦੇ ਵਿੱਚ ਲਿਖਿਆ ਹੋਇਆ ਆਪਣਾ ਅਬੋਲਿਸ਼ਨ ਆਫ ਟਾਈਟਲਸ, ਠੀਕ ਹੈ ਜੀ। ਜਿਹੜੇ ਆਪਣੇ ਟਾਈਟਲ ਨੇ ਕਿ ਰਾਜਾ ਮਹਾਰਾਜਾ ਇਹ ਸਾਰੇ ਮਤਲਬ ਅਬੋਲਿਸ਼ ਕਰ ਦਿੱਤੇ ਨੇ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਆਨਸਰ ਨੰਬਰ 1 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੀਹੂ ਕਿਸ ਰਾਜ ਦਾ ਪ੍ਰਸਿੱਧ ਤਿਉਹਾਰ ਹੈ? ਬੀਹੂ ਇਜ਼ ਅ ਫੇਮਸ ਫੈਸਟੀਵਲ ਆਫ ਵਿਚ ਸਟੇਟ? ਅਸਮ, ਨਾਗਾਲੈਂਡ, ਤ੍ਰਿਪੁਰਾ ਜਾਂ ਮਨੀਪੁਰ, ਠੀਕ ਹੈ ਜੀ। ਤਾਂ ਬੀਹੂ ਬਾਰੇ ਬਹੁਤ ਪੁੱਛਿਆ ਜਾਂਦਾ। ਬੀਹੂ ਬਾਰੇ ਤੁਸੀਂ ਪਿਛਲੇ ਕੁਐਸਚਨ ਪੇਪਰ ਚੈੱਕ ਕਰ ਸਕਦੇ ਹੋ SSC ਵਿੱਚ, ਠੀਕ ਹੈ ਜੀ। ਮਤਲਬ ਜਿੰਨੇ ਵੀ ਆਪਣੇ ਇੰਡੀਆ ਲੈਵਲ ਦੇ ਹੁੰਦੇ ਨੇ ਪੇਪਰ, ਪੰਜਾਬ ਲੈਵਲ ਦੇ, ਇੰਡੀਆ ਲੈਵਲ ਦੇ, ਸਾਰਿਆਂ 'ਚ ਇਹ ਪੁੱਛਿਆ ਜਾਂਦਾ ਬੀਹੂ। ਫੈਸਟੀਵਲਸ ਬਾਰੇ ਪੁੱਛਿਆ ਹੀ ਜਾਂਦਾ ਅਕਸਰ, ਠੀਕ ਹੈ ਜੀ। ਤੇ ਕਿਉਂਕਿ ਆਪਣਾ ਇੰਡੀਆ ਜਿਹੜਾ ਇਹਦੇ ਵਿੱਚ ਬਹੁਤ ਸਾਰੇ ਫੈਸਟੀਵਲ ਸੈਲੀਬ੍ਰੇਟ ਕੀਤੇ ਜਾਂਦੇ ਨੇ ਅਲੱਗ-ਅਲੱਗ ਕਮਿਊਨਿਟੀ ਦੁਆਰਾ। ਤਾਂ ਬੀਹੂ ਹੈ ਜਿਹੜਾ ਇਹ ਮਨਾਇਆ ਜਾਂਦਾ ਅਸਾਮ ਦੇ ਵਿੱਚ, ਠੀਕ ਹੈ ਜੀ। ਅਸਾਮ ਦਾ ਇਹ ਤਿਉਹਾਰ ਹੈ ਬੀਹੂ ਹੈ ਜਿਹੜਾ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਆਨਸਰ ਨੰਬਰ 1 ਆਊਗਾ ਇਹਦਾ। ਤਾਂ ਬੀਹੂ ਬਾਰੇ ਕਈ ਵਾਰੀ ਇਹ ਪੁੱਛ ਲੈਂਦੇ ਨੇ ਕਿ ਇਹ ਕਿਹੋ ਜਿਹਾ ਤਿਉਹਾਰ ਹੈ, ਮਤਲਬ ਮਨਾਉਂਦੇ ਕਿਵੇਂ ਨੇ ਲੋਕ ਇਹਨੂੰ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਹੈ ਜਿਹੜਾ ਇਹ ਹਾਰਵੈਸਟਿੰਗ ਤਿਉਹਾਰ ਹੈ, ਹਾਰਵੈਸਟਿੰਗ, ਠੀਕ ਹੈ ਜੀ। ਹਾਰਵੈਸਟਿੰਗ ਜਿਹੜਾ ਇਹ ਫੈਸਟੀਵਲ ਹੈ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਤਾਂ ਹਾਰਵੈਸਟਿੰਗ ਦੇ ਨਾਲ ਸੰਬੰਧਿਤ ਹੈ ਇਹ, ਠੀਕ ਹੈ ਜੀ। ਤਾਂ ਹਾਰਵੈਸਟਿੰਗ ਜਿਵੇਂ ਕਿ ਆਪਾਂ ਪੰਜਾਬ ਦੇ ਵਿੱਚ ਆਪਾਂ ਵਿਸਾਖੀ ਮਨਾਉਂਦੇ ਹਾਂ, ਤਾਂ ਬੀਹੂ ਹੈ ਜਿਹੜਾ ਜਦੋਂ ਫਸਲਾਂ ਕੱਟੀਆਂ ਜਾਂਦੀਆਂ ਉਦੋਂ ਮਨਾਇਆ ਜਾਂਦਾ ਹੈ। ਆਨਸਰ ਨੰਬਰ 1 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਆਮਲੇ ਵਿੱਚ ਕਿਹੜਾ ਵਿਟਾਮਿਨ ਪਾਇਆ ਜਾਂਦਾ ਹੈ? ਵਿਚ ਆਫ ਦੀ ਫੋਲੋਇੰਗ ਵਿਟਾਮਿਨ ਫਾਊਂਡ ਇਨ ਗੂਸਬੈਰੀ? ਆਮਲੇ ਦੀ ਜਿਹੜੀ ਇੰਗਲਿਸ਼ ਹੈ ਉਹ ਹੈ ਗੂਸਬੈਰੀ। ਤਾਂ ਇਹ ਤੁਸੀਂ ਯਾਦ ਰੱਖਿਓ, ਇਹਦਾ ਆਊਗਾ ਆਨਸਰ ਨੰਬਰ 2। ਵਿਟਾਮਿਨ C ਹੁੰਦਾ ਉਹ 'ਚ, ਠੀਕ ਹੈ ਜੀ। ਵਿਟਾਮਿਨ C, ਜਿੰਨੇ ਵੀ ਖੱਟੇ ਪਦਾਰਥ ਨੇ ਸਾਰਿਆਂ 'ਚ ਵਿਟਾਮਿਨ C ਪਾਇਆ ਜਾਂਦਾ ਹੈ। ਜਿਵੇਂ ਕਿ ਆਪਣਾ ਨਿੰਬੂ ਹੋ ਗਿਆ, ਔਰੇਂਜ ਹੋ ਗਿਆ, ਠੀਕ ਹੈ ਜੀ, ਉਹਨਾਂ 'ਚ ਸਾਰਿਆਂ 'ਚ ਵਿਟਾਮਿਨ C ਹੈ। ਤਾਂ ਗੂਸਬੈਰੀ ਦੇ ਵਿੱਚ ਵੀ ਵਿਟਾਮਿਨ C ਪਾਇਆ ਜਾਂਦਾ, ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ ਇਹਦਾ, ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੇ ਦੇਸ਼ ਵਿੱਚ ਕਾਗਜ਼ ਦੀ ਖੋਜ ਸਭ ਤੋਂ ਪਹਿਲਾਂ ਹੋਈ? ਇਨ ਵਿਚ ਕੰਟਰੀ ਪੇਪਰ ਵਾਜ਼ ਇਨਵੈਂਟਡ ਫਸਟਲੀ? ਇੰਡੀਆ, ਚਾਈਨਾ, USA ਜਾਂ ਇੰਗਲੈਂਡ? ਤਾਂ ਕਾਗਜ਼ ਸਭ ਤੋਂ ਪਹਿਲਾਂ ਕਿੱਥੇ ਆਇਆ? ਚਾਈਨਾ ਦੇ ਵਿੱਚ, ਇਹ ਤੁਸੀਂ ਯਾਦ ਰੱਖਣਾ। ਚਾਈਨਾ ਵਾਲੇ ਆਪਣੇ ਸਭ ਤੋਂ ਤੇਜ਼ ਹੈ, ਠੀਕ ਹੈ ਜੀ। ਆਪਾਂ ਜਾਣਦੇ ਹਾਂ ਕਿ ਖੋਜਾਂ ਕਰਦੇ ਨੇ ਜ਼ਿਆਦਾ, ਠੀਕ ਹੈ, ਅੱਗੇ ਨੇ ਇਹ ਸਾਰੇ ਚੀਜ਼ਾਂ ਦੇ ਵਿੱਚ ਹੀ, ਇਹ ਆਪਣੇ ਤੋਂ ਇੰਡੀਆ ਤੋਂ ਅੱਗੇ ਜਾ ਰਹੇ ਨੇ, ਠੀਕ ਹੈ ਜੀ। ਉਤਪਾਦਨ ਦੇ ਵਿੱਚ ਵੀ, ਕਈ ਚੀਜ਼ਾਂ ਦੇ ਉਤਪਾਦਨ ਦੇ ਵਿੱਚ ਵੀ ਅੱਗੇ ਜਾ ਰਹੇ ਨੇ, ਠੀਕ ਹੈ, ਤੁਸੀਂ ਯਾਦ ਰੱਖਣਾ। ਤਾਂ ਕਾਗਜ਼ ਦੀ ਖੋਜ ਸਭ ਤੋਂ ਪਹਿਲਾਂ ਕਿਹਨੇ ਕੀਤੀ ਹੈ? ਚਾਈਨਾ ਨੇ ਕੀਤੀ। ਆਨਸਰ ਨੰਬਰ 2 ਆਊਗਾ ਇਹਦਾ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਗੌਤਮ ਬੁੱਧ ਦਾ ਬਚਪਨ ਦਾ ਨਾਮ ਕੀ ਸੀ? ਵਟ ਵਾਜ਼ ਦੀ ਚਾਈਲਡਹੁੱਡ ਨੇਮ ਆਫ ਗੌਤਮ ਬੁੱਧਾ? ਵਰਧਮਾਨ, ਸਿਧਾਰਥ, ਰਾਹੁਲ ਜਾਂ ਗੌਤਮ? ਇਹੋ ਜਿਹੇ ਕੁਐਸਚਨ ਤੁਹਾਨੂੰ ਹਰ ਵਾਰ ਆਉਂਦੇ ਨੇ ਅਤੇ ਕਨਫਿਊਜ਼ ਕਰਦੇ ਨੇ। ਤਾਂ ਇਹਨੂੰ ਤੁਸੀਂ ਚੰਗੀ ਤਰ੍ਹਾਂ 2-3 ਵਾਰ ਇਹਨੂੰ ਰਿਵਾਈਜ਼ ਜ਼ਰੂਰ ਕਰਿਆ ਕਰੋ ਵੀਡੀਓ ਨੂੰ, ਠੀਕ ਹੈ ਜੀ। ਦੇਖਿਆ ਕਰੋ ਇਹਨੂੰ 2-3 ਵਾਰ, ਫਿਰ ਤੁਹਾਡੇ ਚੰਗੀ ਤਰ੍ਹਾਂ ਇਹ ਯਾਦ ਹੋਣਗੇ। ਨੋਟਸ ਆਪਣੇ ਨਾਲ ਤੁਸੀਂ ਬਣਾਉਂਦੇ ਰਹੋ, ਤੁਹਾਡੀ ਵਧੀਆ ਤਿਆਰੀ ਹੋ ਜੂ। ਜੇਕਰ ਤੁਸੀਂ ਲੂਸੈਂਟ GK ਕਵਰ ਕਰ ਲੈਂਦੇ ਹੋ ਤਾਂ ਤੁਸੀਂ GK ਦੇ ਵਿੱਚ ਕਦੇ ਵੀ ਲਾਈਫ ਦੇ ਵਿੱਚ ਮਾਰ ਨਹੀਂ ਖਾਓਗੇ, ਠੀਕ ਹੈ ਜੀ, ਕੋਈ ਵੀ ਪੇਪਰ ਹੋਵੇ ਬੇਸ਼ੱਕ ਹੋ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ, ਸਿਧਾਰਥ ਹੈ, ਠੀਕ ਹੈ ਜੀ, ਸਿਧਾਰਥ। ਤਾਂ ਜਿਹੜਾ ਗੌਤਮ ਬੁੱਧ ਦਾ ਬਚਪਨ ਦਾ ਨਾਮ ਹੈ ਉਹ ਹੈ ਸਿਧਾਰਥ। ਵਰਧਮਾਨ ਕਿਹਦੇ? ਭਗਵਾਨ ਮਹਾਵੀਰ ਦਾ, ਠੀਕ ਹੈ, ਵਰਧਮਾਨ ਉਹਨਾਂ ਦਾ ਨਾਮ ਹੈ। ਤਾਂ ਸਿਧਾਰਥ ਹੈ, ਆਨਸਰ ਨੰਬਰ 2 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਆਰਮਡ ਫੋਰਸਿਸ ਦਾ ਸਰਵਉੱਚ ਕਮਾਂਡਰ ਕੌਣ ਹੁੰਦਾ ਹੈ? ਹੂ ਇਜ਼ ਦੀ ਸੁਪਰੀਮ ਕਮਾਂਡਰ ਆਫ ਆਰਮਡ ਫੋਰਸਿਸ? ਪ੍ਰਾਈਮ ਮਿਨਿਸਟਰ, ਪ੍ਰੈਸੀਡੈਂਟ, ਗਵਰਨਰ ਜਾਂ ਜਨਰਲ, ਠੀਕ ਹੈ ਜੀ। ਇਹੋ ਜਿਹੇ ਕੁਐਸਚਨ ਤੁਹਾਨੂੰ ਹਰ ਵਾਰ ਕਨਫਿਊਜ਼ ਕਰਦੇ ਨੇ ਅਤੇ ਆਉਂਦੇ ਨੇ।
ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆ। ਆਪਣਾ ਪ੍ਰੈਜ਼ੀਡੈਂਟ ਹੁੰਦਾ ਹੈਗਾ ਏਅਰ ਫੋਰਸ, ਆਰਮੀ, ਨੇਵੀ, ਸਾਰਿਆਂ ਦੇ ਜਿਹੜੇ ਆਪਣੇ ਉੱਚ ਜਿਹੜੇ ਜਨਰਲ ਕਰਨਲ ਹੁੰਦੇ ਨੇ, ਐਡਮਿਰਲ ਹੁੰਦੇ ਨੇ, ਉਹ ਸਾਰਿਆਂ ਦੀ ਜਿਹੜੀ ਅਪੋਇੰਟਮੈਂਟ ਕਰਦਾ ਉਹ ਆਪਣਾ ਪ੍ਰੈਜ਼ੀਡੈਂਟ ਕਰਦਾ। ਇਹ ਤੁਸੀਂ ਯਾਦ ਰੱਖਣਾ। ਸਾਰੀ ਆਰਮਡ ਫੋਰਸਿਸ ਦਾ ਇਹ ਸੁਪਰੀਮ ਕਮਾਂਡਰ ਹੁੰਦਾ ਆਪਣਾ ਪ੍ਰੈਜ਼ੀਡੈਂਟ। ਆਨਸਰ ਨੰਬਰ 2 ਆਊਗਾ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪੋਂਗਲ ਕਿਹੜੇ ਰਾਜ ਦਾ ਪ੍ਰਸਿੱਧ ਤਿਉਹਾਰ ਹੈ? ਪੋਂਗਲ ਇਜ਼ ਅ ਫੇਮਸ ਫੈਸਟੀਵਲ ਆਫ ਵਿਚ ਸਟੇਟ? ਤਾਂ ਇਹ ਬਹੁਤ ਵਾਰ ਪੁੱਛਿਆ ਗਿਆ ਪੋਂਗਲ ਬਾਰੇ, ਹਰ ਵਾਰ ਇਹ ਸਵਾਲ ਆਉਂਦਾ, ਠੀਕ ਹੈ ਜੀ। ਤਾਂ ਤੁਸੀਂ ਇਹ 'ਤੇ ਯਕੀਨ ਕਰਿਓ, ਕਿਉਂਕਿ ਮੈਂ ਇਹ ਤਾਂ ਕਹਿ ਰਿਹਾ ਕਿਉਂਕਿ ਇਹ ਸਵਾਲ ਵਾਰ-ਵਾਰ ਆਉਂਦੇ ਨੇ, ਠੀਕ ਹੈ ਜੀ। ਤੁਸੀਂ ਖੁਦ ਦੇਖੋਗੇ ਜੇਕਰ ਤੁਹਾਨੂੰ ਜੀਕੇ ਦੇ ਜਦੋਂ ਤੁਹਾਨੂੰ ਜੀਕੇ ਤੁਸੀਂ ਦੇਖੋਗੇ ਆਪਣੇ ਪੇਪਰ ਦੇ ਵਿੱਚ, ਤਾਂ ਇਹੋ ਜਿਹੇ ਸਵਾਲ ਤੁਸੀਂ ਦੇਖੋਗੇ ਡਾਇਰੈਕਟ ਆਏ ਹੋਏ, ਠੀਕ ਹੈ ਜੀ। ਤਾਂ ਪੋਂਗਲ ਹੈ ਜਿਹੜਾ ਇਹ ਤਮਿਲਨਾਡੂ ਦਾ ਹੈਗਾ, ਤਮਿਲਨਾਡੂ ਦੇ ਵਿੱਚ ਇਹ ਮਨਾਇਆ ਜਾਂਦਾ, ਯਾਦ ਰੱਖਿਓ। ਤਾਂ ਪੋਂਗਲ ਤਮਿਲਨਾਡੂ ਦਾ ਤਿਉਹਾਰ, ਆਨਸਰ ਨੰਬਰ 2 ਆਊਗਾ। ਲਾਸਟ ਜਿਹੜਾ ਆਪਣਾ ਕੁਐਸਚਨ ਹੈ, ਈਮੇਲ ਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ? ਹੂ ਇਜ਼ ਦੀ ਫਾਦਰ ਆਫ ਈਮੇਲ? ਈਮੇਲ ਦੀ ਖੋਜ ਕਿਹਨੇ ਕੀਤੀ? ਈਮੇਲ ਨੂੰ ਇਨਵੈਂਟ ਕਿਹਨੇ ਕੀਤਾ? ਕਿਵੇਂ ਵੀ ਤੁਹਾਨੂੰ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ। ਜਿਹੜਾ ਐਗਜ਼ਾਮੀਨਰ ਹੈ ਉਹ ਮਤਲਬ ਇੱਕ ਸ਼ਬਦਾਂ ਦਾ ਖੇਡ ਆਪਣੇ ਨਾਲ ਖੇਡਦਾ ਹੁੰਦਾ, ਠੀਕ ਹੈ ਜੀ। ਕੁਐਸਚਨ ਸੇਮ ਹੀ ਹੁੰਦਾ, ਬਟ ਉਹਦੇ ਪੁੱਛਣ ਦਾ ਢੰਗ ਉਹ ਆਪਣਾ ਚੇਂਜ ਕਰ ਦਿੰਦਾ ਹੈਗਾ, ਠੀਕ ਹੈ। ਤਾਂ ਈਮੇਲ ਦਾ ਫਾਦਰ ਕੌਣ ਹੈ? ਰੇ ਟੋਮਲਿਨਸਨ ਹੈ, ਠੀਕ ਹੈ ਜੀ। ਰੇ ਟੋਮਲਿਨਸਨ, ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ ਇਹਦਾ, ਠੀਕ ਹੈ ਜੀ। ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਇਹ ਆਪਾਂ ਇੱਥੇ ਹੀ ਕੰਪਲੀਟ ਕਰਦੇ ਹਾਂ। 15 ਕੁਐਸਚਨ ਆਪਣੇ ਪੂਰੇ ਹੋ ਗਏ। 15 ਦੇ ਨਾਲ ਆਪਾਂ ਸਾਰੇ ਫੈਕਟ ਕਲੀਅਰ ਕੀਤੇ ਨੇ। 30 ਤੋਂ 35 ਕੁਐਸਚਨ ਆਪਾਂ ਕਵਰ ਕਰ ਲਏ ਨੇ, ਠੀਕ ਹੈ ਜੀ। ਤਾਂ ਵੀਡੀਓ ਨੂੰ 2-3 ਵਾਰ ਰਿਵਾਈਜ਼ ਕਰ ਲਿਓ ਤਾਂ ਕਿ ਤੁਹਾਡੀ ਵਧੀਆ ਤਿਆਰੀ ਹੋ ਸਕੇ। ਜੇਕਰ ਵੀਡੀਓ ਚੰਗੀਆਂ ਲੱਗਦੀਆਂ ਤਾਂ ਇਹਨਾਂ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਅਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਡੇ ਲਈ ਬਹੁਤ ਵਧੀਆ ਕੰਟੈਂਟ ਔਨ ਦੀ ਵੇ ਹੈ, ਠੀਕ ਹੈ ਜੀ। ਤਾਂ ਜਿਹੜੀ ਇਹ ਆਪਣੀ ਲੂਸੈਂਟ ਜੀਕੇ ਇਹਦੇ ਵਿੱਚ ਆਪਾਂ ਕੰਪਿਊਟਰ ਵੀ ਆਪਾਂ ਕਵਰ ਕਰਾਂਗੇ ਨਾਲ, ਠੀਕ ਹੈ ਜੀ। ਜਿੰਨੇ ਵੀ ਤੁਹਾਡੇ ਲੂਸੈਂਟ ਜੀਕੇ ਦੇ ਟੌਪਿਕ ਨੇ, ਹਰ ਇੱਕ ਟੌਪਿਕ ਦਾ ਆਪਾਂ ਹਰ ਇੱਕ ਕੁਐਸਚਨ ਕਲੀਅਰ ਕਰਾਂਗੇ ਜਿਹੜਾ ਤੁਹਾਨੂੰ ਵਾਰ-ਵਾਰ ਪੁੱਛਿਆ ਜਾਂਦਾ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਧੰਨਵਾਦ।